ਸਵਾਗਤ ਹੈ ਤੁਹਾਡਾ ਵਰਕਸ਼ਾਪ ਕੈਲਕੂਲੇਸ਼ਨ ਐਂਡ ਸਾਇੰਸ ਵਿਸ਼ੇ ਦੀ ਟ੍ਰੇਨਿੰਗ ਦੇ ਵਿੱਚ। ਅੱਜ ਦਾ ਸਾਡਾ ਟੌਪਿਕ ਹੈ ਹੀਟ ਟਰਾਂਸਮਿਸ਼ਨ ਯਾਨੀ ਕਿ ਤਾਪ ਸੰਚਾਰਨ। ਜਿਵੇਂ ਅਸੀਂ ਪਿਛਲੇ ਲੈਕਚਰ ਵਿੱਚ ਇਹ ਡਿਸਕਸ ਕੀਤਾ ਸੀ ਕਿ ਜੋ ਤਾਪ ਹੈ ਉਹ ਚੱਲਦਾ ਹੈ ਅਤੇ ਹਮੇਸ਼ਾ ਉੱਚ ਤਾਪ ਤੋਂ ਘੱਟ ਤਾਪ ਵੱਲ ਚੱਲਦਾ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉੱਚ ਤਾਪਮਾਨ ਤੋਂ ਘੱਟ ਤਾਪਮਾਨ ਵੱਲ ਤਾਪ ਹੈ ਜੋ ਉਹ ਚੱਲਦਾ ਹੈ। ਸੋ ਤਾਪ ਦੇ ਚੱਲਣ ਦੀਆਂ ਜੋ ਵਿਧੀਆਂ ਹਨ, ਜੋ ਕੁਦਰਤੀ ਤਰੀਕੇ ਹਨ, ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਤਾਪ ਤਿੰਨ ਵਿਧੀਆਂ ਰਾਹੀਂ ਚੱਲਦਾ ਹੈ। ਨੰਬਰ 1 ਹੈ ਕੰਡਕਸ਼ਨ, ਨੰਬਰ 2 ਤੇ ਹੈ ਕਨਵੈਕਸ਼ਨ ਤੇ ਨੰਬਰ 3 ਤੇ ਹੈ ਰੇਡੀਏਸ਼ਨ। ਕੰਡਕਸ਼ਨ ਨੂੰ ਪੰਜਾਬੀ ਵਿੱਚ ਚੱਲਣ ਕਿਹਾ ਜਾਂਦਾ ਹੈ ਅਤੇ ਕਨਵੈਕਸ਼ਨ ਨੂੰ ਸੰਵਹਨ ਕਿਹਾ ਜਾਂਦਾ ਹੈ ਤੇ ਰੇਡੀਏਸ਼ਨ ਨੂੰ ਵਿਕਰਨ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਡਕਸ਼ਨ ਦੀ, ਚੱਲਣ ਦੀ। ਇਸ ਵਿਧੀ ਵਿੱਚ ਜੋ ਚੀਜ਼ ਅਸੀਂ ਗਰਮ ਕਰਨੀ ਹੈ ਜਾਂ ਜਿਸ ਨੂੰ ਤਾਪ ਊਰਜਾ ਦੇਣੀ ਹੈ ਜਾਂ ਜਿਸ ਨੂੰ ਅਸੀਂ ਗਰਮ ਕਰਨਾ ਹੈ ਆਪਣੀ ਲੋੜ ਅਨੁਸਾਰ, ਉਸ ਦਾ ਇੱਕ ਸਿਰਾ ਹੈ ਜੋ ਉਹ ਅਸੀਂ ਸੋਰਸ ਆਫ ਹੀਟ ਦੇ ਕੋਲ ਲੈ ਜਾਂਦੇ ਹਾਂ। ਤਾਂ ਕੁਝ ਸਮੇਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਵੇਂ ਆ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇੱਥੇ ਇੱਕ ਠੋਸ ਰੋਡ ਹੈ, ਛੜ ਹੈ ਤੇ ਇਹ ਸੋਰਸ ਆਫ ਹੀਟ ਹੈ। ਇੱਥੋਂ ਇਸ ਨੂੰ ਤਾਪ ਊਰਜਾ ਦਿੱਤੀ ਗਈ ਹੈ, ਜਾਣੀ ਕਿ ਬਾਹਰੀ ਤਾਪ ਦੇ ਸੋਮੇ ਨਾਲ ਇਸ ਨੂੰ ਸੰਪਰਕ ਵਿੱਚ ਲਿਆਂਦਾ ਗਿਆ ਹੈ। ਤਾਂ ਹੌਲੀ ਹੌਲੀ ਇਹ ਇੱਥੋਂ ਜਿਹੜਾ ਇਹ ਗਰਮ ਹੋਵੇਗਾ। ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਦੇਖਾਂਗੇ ਕਿ ਜਿਹੜੀ ਹੀਟ ਹੈ, ਤਾਪ ਹੈ, ਉਹ ਆਪਣੇ ਆਪ ਇੱਧਰ ਨੂੰ ਫਲੋ ਕਰੇਗਾ ਤੇ ਇਹ ਪੂਰੀ ਰੋਡ ਗਰਮ ਹੋਣ ਲੱਗ ਜਾਵੇਗੀ। ਇਸ ਵਿਧੀ ਵਿੱਚ ਜਿਹੜੇ ਕਿਸੇ ਪਦਾਰਥ ਦੇ ਕਣ ਹੁੰਦੇ ਹਨ ਉਹ ਸਟੇਬਲ ਹੁੰਦੇ ਹਨ, ਕੌਨਸਟੈਂਟ ਹੁੰਦੇ ਹਨ, ਸਥਿਰ ਹੁੰਦੇ ਹਨ ਤੇ ਤਾਪ ਖੁਦ ਇੱਕ ਕਣ ਤੋਂ ਦੂਸਰੇ ਕਣ ਤੱਕ ਚੱਲ ਕੇ ਜਾਂਦਾ ਹੈ। ਇਸ ਚੱਲਣ ਜਿਹੜੀ ਵਿਧੀ ਹੈ, ਤਾਪ ਦੇ ਚੱਲਣ ਦੀ ਜੋ ਇਹ ਵਿਧੀ ਹੈ, ਇੱਥੇ ਇਹ ਨੋਟ ਕਰਨਾ ਬਣਦਾ ਹੈ ਕਿ ਇਹ ਜਿਹੜਾ ਵਿਧੀ ਹੈ ਤਾਪ ਦੀ, ਕੰਡਕਸ਼ਨ ਦੀ ਜੋ ਵਿਧੀ ਹੈ, ਇਹ ਠੋਸ ਪਦਾਰਥਾਂ 'ਤੇ ਹੀ ਕਾਰਗਰ ਹੈ। ਤੇ ਇੱਕ ਹੋਰ ਇਹਦੇ ਨਾਲ ਸ਼ਰਤ ਹੈ ਕਿ ਉਹ ਜਿਹੜੇ ਪਦਾਰਥ ਹਨ ਉਹ ਤਾਪ ਦੇ ਚੰਗੇ ਚਾਲਕ ਹੋਣੇ ਚਾਹੀਦੇ ਹਨ, ਜਿਵੇਂ ਕਿ ਲੋਹਾ, ਕਾਪਰ ਤੇ ਐਲੂਮੀਨੀਅਮ ਆਦਿ। ਇਹ ਸਾਰੇ ਤਾਪ ਦੇ ਚੰਗੇ ਚਾਲਕ ਹੈ, ਅਸੀਂ ਪਿੱਛੇ ਮਟੀਰੀਅਲ ਸਾਇੰਸ ਵਿੱਚ ਪੜ੍ਹਿਆ ਹੈ। ਸੋ ਇਹ ਜਦੋਂ ਵੀ ਕਿਸੇ ਤਾਪ ਦੇ ਸੋਮੇ ਦੇ ਨਜ਼ਦੀਕ ਜਾਂਦੇ ਨੇ ਇਹ ਪਦਾਰਥ, ਤਾਂ ਇਹ ਆਪਣੇ ਆਪ ਗਰਮ ਹੋਣਾ ਸ਼ੁਰੂ ਹੋ ਜਾਂਦੇ ਹਨ। ਨੰਬਰ 2 ਤੇ ਹੈ ਕਨਵੈਕਸ਼ਨ, ਸੰਵਹਨ। ਸੰਵਹਨ ਜੋ ਵਿਧੀ ਹੈ ਤਾਪ ਦੇ ਚੱਲਣ ਦੀ, ਇਹ ਮੁੱਖ ਰੂਪ ਵਿੱਚ ਤਰਲ ਪਦਾਰਥਾਂ ਨੂੰ ਜਦੋਂ ਗਰਮ ਕਰਨਾ ਹੁੰਦਾ ਹੈ ਉੱਥੇ ਇਹ ਅਪਣਾਈ ਜਾਂਦੀ ਹੈ ਤਾਪ ਵੱਲੋਂ। ਕੁਦਰਤੀ ਵਿਧੀ ਹੈ, ਕੁਦਰਤ ਵੱਲੋਂ ਹੀ ਇਹ ਸਿਸਟਮ ਬਣਾਇਆ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਵੀ ਪਦਾਰਥ ਨੂੰ ਜਾਂ ਤਰਲ ਪਦਾਰਥ ਨੂੰ ਅਸੀਂ ਗਰਮ ਕਰਨਾ ਹੁੰਦਾ ਹੈ, ਉਸ ਨੂੰ ਇੱਕ ਬਰਤਨ ਵਿੱਚ ਪਾ ਕੇ ਜਦੋਂ ਸੋਰਸ ਆਫ ਹੀਟ ਯਾਨੀ ਕਿ ਤਾਪ ਦੇ ਸੋਮੇ ਦੇ ਉੱਪਰ ਰੱਖਦੇ ਹਾਂ, ਤਾਂ ਕੁਝ ਸਮੇਂ ਬਾਅਦ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਤਰਲ ਪਦਾਰਥ ਹੈ ਉਹ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਹ ਤਰਲ ਪਦਾਰਥ ਹੈ। ਤਾਂ ਕੁਝ ਸਮੇਂ ਬਾਅਦ ਉਹਦੇ ਜਿਹੜੇ ਬੱਬਲਸ ਨੇ ਉਹ ਬਣ ਕੇ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਕੋਈ ਵੀ ਚੀਜ਼ ਗਰਮ ਹੁੰਦੀ ਹੈ ਤਾਂ ਉਹ ਟੁੱਟਦੀ ਹੈ, ਉਹਦੀ ਜਿਹੜੀ ਅੰਦਰੂਨੀ ਸਟਰਕਚਰ ਹੈ ਉਹ ਕੁਛ ਬ੍ਰੇਕ ਹੁੰਦਾ ਹੈ, ਤਾਂ ਟੁੱਟਣ ਤੋਂ ਬਾਅਦ ਉਹ ਹਲਕੀ ਹੋ ਜਾਂਦੀ ਹੈ ਤੇ ਗਰਮ ਹੋ ਕੇ ਹਲਕੀ ਹੋ ਕੇ ਉਹ ਉੱਪਰ ਨੂੰ ਉੱਠਦੀ ਹੈ। ਸੋ ਜੋ ਇੱਥੇ ਜੋ ਤਰਲ ਪਦਾਰਥ ਕੋਈ ਵੀ ਹੈ ਜਾਂ ਪਾਣੀ ਹੈ, ਜਦੋਂ ਉਹ ਉਸ ਦਾ ਨੀਚੇ ਵਾਲਾ ਹਿੱਸਾ ਜੋ ਇਹ ਹਿੱਸਾ ਹੈ, ਜਦੋਂ ਉਹ ਗਰਮ ਹੋ ਜਾਵੇਗਾ ਤਾਂ ਉਹ ਬ੍ਰੇਕ ਹੋਵੇਗਾ, ਬ੍ਰੇਕ ਹੋ ਕੇ ਉਹ ਹਲਕਾ ਹੋਵੇਗਾ, ਹਲਕਾ ਹੋ ਕੇ ਉਹ ਉੱਪਰ ਉੱਠੇਗਾ ਬੁਲਬੁਲਿਆਂ ਦੇ ਰੂਪ ਵਿੱਚ। ਸੋ ਇਸ ਤਰ੍ਹਾਂ ਜਿਹੜਾ ਉੱਪਰਲਾ ਠੰਡਾ ਪਾਣੀ ਹੈ ਉਹ ਨੀਚੇ ਆ ਜਾਵੇਗਾ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਥੇ ਜਿਸ ਪਦਾਰਥ ਨੇ ਗਰਮ ਹੋਣਾ ਹੈ ਉਹ ਖੁਦ ਤਾਪ ਦੇ ਸੋਮੇ ਕੋਲ ਚੱਲ ਕੇ ਆਉਂਦਾ ਹੈ।
ਇਹ ਜਿਹੜੀ ਵਿਧੀ ਹੈ ਤਾਪ ਦੇ ਚੱਲਣ ਦੀ, ਸੰਵਹਨ ਜਾਂ ਕਨਵੈਕਸ਼ਨ, ਇਹ ਤਰਲ ਪਦਾਰਥਾਂ ਦੇ ਵਿੱਚ ਲਾਗੂ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਰੇਡੀਏਸ਼ਨ, ਵਿਕਰਨ। ਜਿਵੇਂ ਚਿੱਤਰ ਵਿੱਚ ਵਿਖਾਇਆ ਗਿਆ ਹੈ ਕਿ ਰੇਡੀਏਸ਼ਨ ਜਾਂ ਵਿਕਰਨ ਜੋ ਵਿਧੀ ਹੈ ਇਹ ਕੁਦਰਤ ਵੱਲੋਂ ਇਹ ਵੀ ਇੱਕ ਬਖਸ਼ਿਸ਼ ਹੈ ਕਿ ਜਦੋਂ ਤਾਪ ਦੇ ਸੋਮੇ ਵਿੱਚ ਅਤੇ ਜਿਸ ਚੀਜ਼ ਨੇ ਤਾਪ ਲੈਣਾ ਹੈ ਜਾਂ ਗਰਮ ਹੋਣਾ ਉਸ ਵਿੱਚ ਕੋਈ ਮੀਡੀਅਮ ਨਹੀਂ ਹੁੰਦਾ, ਡਾਇਰੈਕਟ ਤੌਰ 'ਤੇ ਉਹਨਾਂ ਦੇ ਵਿੱਚ ਕੋਈ ਜੁੜਾਵ ਜਾਂ ਲਗਾਵ ਨਹੀਂ ਹੁੰਦਾ, ਤਾਂ ਜੋ ਤਾਪ ਹੈ ਉਹ ਤਾਪ ਦੇ ਸੋਮੇ ਤੋਂ ਕਿਰਨਾਂ ਦੇ ਰੂਪ ਵਿੱਚ ਦੂਸਰੇ ਆਬਜੈਕਟ ਤੱਕ ਪਹੁੰਚਦਾ ਹੈ। ਜਿਵੇਂ ਚਿੱਤਰ ਵਿੱਚ ਵਿਖਾਇਆ ਗਿਆ ਹੈ ਕਿ ਸੂਰਜ ਜੋ ਪੂਰੇ ਬ੍ਰਹਿਮੰਡ ਨੂੰ, ਪੂਰੀ ਧਰਤੀ ਨੂੰ ਤਾਪ ਊਰਜਾ ਦਿੰਦਾ ਹੈ, ਤਾਂ ਸੂਰਜ ਦੀਆਂ ਜੋ ਕਿਰਨਾਂ ਹਨ ਉਹ ਕੁਦਰਤ ਵੱਲੋਂ ਜੋ ਸਿਸਟਮ ਬਣਾਇਆ ਹੈ ਰੇਜ਼ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ, ਧਰਤੀ ਤੱਕ ਪਹੁੰਚਦੀਆਂ ਨੇ। ਸੋ ਇਹ ਜਿਹੜੀ ਵਿਧੀ ਹੈ ਤਾਪ ਦੇ ਚੱਲਣ ਦੀ, ਇਸ ਨੂੰ ਰੇਡੀਏਸ਼ਨ ਵਿਕਰਨ ਕਿਹਾ ਜਾਂਦਾ ਹੈ। ਇਸ ਦੀਆਂ ਹੋਰ ਵੀ ਬੜੀਆਂ ਉਦਾਹਰਨਾਂ ਨੇ। ਅਸੀਂ ਆਮ ਡੇਲੀ ਲਾਈਫ ਵਿੱਚ ਦੇਖਦੇ ਹਾਂ ਕਿ ਕਿਸੇ ਰੂਮ ਦੇ ਵਿੱਚ ਜੋ ਬਲਬ ਲੱਗਿਆ ਹੁੰਦਾ ਹੈ ਉਹ ਬਲਬ ਵੀ ਕੁਝ ਸਮੇਂ ਬਾਅਦ ਸਾਨੂੰ ਆਪਣੀ ਗਰਮੀ ਦਾ ਅਹਿਸਾਸ ਕਰਵਾਉਂਦਾ ਹੈ, ਤਾਂ ਉੱਥੇ ਵੀ ਜੋ ਸੋਰਸ ਆਫ ਹੀਟ ਹੁੰਦਾ ਹੈ ਉਹ ਬਲਬ ਹੁੰਦਾ ਹੈ, ਅਤੇ ਉਹ ਕਿਰਨਾਂ ਰਾਹੀਂ ਸਾਡੇ ਤੱਕ ਆਪਣਾ ਜੋ ਤਾਪ ਹੈ ਉਹ ਪਹੁੰਚਦਾ ਕਰ ਦਿੰਦਾ ਹੈ। ਕਈ ਤਰ੍ਹਾਂ ਦੇ ਮਾਈਕ੍ਰੋਵੇਵ ਓਵਨਸ ਵੀ ਹਨ ਜੋ ਰੇਜ਼ ਦੇ ਪ੍ਰਿੰਸੀਪਲ ਦੇ ਆਧਾਰ 'ਤੇ, ਰੇਜ਼ ਦੇ ਸਿਧਾਂਤ 'ਤੇ ਕੰਮ ਕਰਦੇ ਹਨ। ਹੁਣ ਗੱਲ ਕਰਦੇ ਹਾਂ ਕਿ ਕਿਸੇ ਤਾਪ ਵਿੱਚ ਮੌਜੂਦ ਤਾਪ ਊਰਜਾ ਦੀ ਜਿਹੜੀ ਮਾਤਰਾ ਹੈ ਉਹ ਕਿੰਨਾ ਗੱਲਾਂ 'ਤੇ ਨਿਰਭਰ ਕਰਦੀ ਹੈ। ਕਿਸੇ ਪਦਾਰਥ ਵਿੱਚ ਮੌਜੂਦ ਤਾਪ ਊਰਜਾ ਦੀ ਮਾਤਰਾ ਜਿਹੜੇ ਅਸੀਂ ਹੇਠ ਦਿੱਤੀਆਂ ਜਿਹੜੀਆਂ ਟਰਮਸ ਨੇ ਇਹਨਾਂ 'ਤੇ ਨਿਰਭਰ ਕਰਦੀ ਹੈ। ਇਹਦੇ ਵਿੱਚ ਨੰਬਰ 1 'ਤੇ ਹੈ ਪਦਾਰਥ ਦਾ ਪੁੰਜ, ਮਾਸ, ਕਿ ਉਸ ਦਾ ਪੁੰਜ ਕਿੰਨਾ ਹੈ। ਸੋ ਇੱਥੇ ਕਿਊ ਨਾਲ ਅਸੀਂ ਤਾਪ ਨੂੰ ਅਸੀਂ ਕਿਊ ਨਾਲ ਦਰਸਾਉਂਦੇ ਹਾਂ, ਅਤੇ ਜਿਹੜਾ ਪੁੰਜ ਹੈ, ਮਾਸ ਹੈ, ਉਸ ਨੂੰ ਹਮੇਸ਼ਾ ਛੋਟੀ ਐਮ ਨਾਲ ਹੀ ਦਰਸਾਇਆ ਜਾਂਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਪਦਾਰਥ ਵਿੱਚ ਮੌਜੂਦ ਤਾਪ ਊਰਜਾ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਉਸ ਦੇ ਪੁੰਜ ਦੇ। ਇਹ ਸਿੱਧੇ ਅਨੁਪਾਤ ਦਾ ਨਿਸ਼ਾਨ ਹੈ। ਸਿੱਧੇ ਅਨੁਪਾਤ ਦਾ ਮਤਲਬ ਹੁੰਦਾ ਹੈ ਜੇਕਰ ਪੁੰਜ ਵੱਧ ਜਾਵੇਗਾ ਤਾਂ ਤਾਪ ਊਰਜਾ ਵੀ ਵੱਧ ਜਾਵੇਗੀ, ਜੇਕਰ ਪੁੰਜ ਘੱਟ ਹੋਵੇਗਾ ਤਾਂ ਤਾਪ ਊਰਜਾ ਵੀ ਘੱਟ ਹੋਵੇਗੀ। ਨੰਬਰ 2 'ਤੇ ਹੈ ਪਦਾਰਥ ਦੀ ਅੰਦਰੂਨੀ ਸੰਰਚਨਾ, ਕਿ ਕਿਸੇ ਪਦਾਰਥ ਦੀ ਕੁਦਰਤੀ ਜੋ ਬਣਤਰ ਹੈ, ਉਸਦਾ ਜੋ ਸਟਰਕਚਰ ਹੈ ਉਹ ਕਿਹੋ ਜਿਹਾ ਹੈ, ਉਹ ਉਸਦੀ ਡੈਂਸਿਟੀ ਕਿੰਨੀ ਹੈ, ਉਹ ਸਖਤ ਹੈ, ਨਰਮ ਹੈ। ਸੋ ਇਸ 'ਤੇ ਵੀ ਕਿਸੇ ਪਦਾਰਥ ਵਿੱਚ ਮੌਜੂਦ ਜਿਹੜੀ ਤਾਪ ਊਰਜਾ ਹੈ ਉਹ ਨਿਰਭਰ ਕਰਦੀ ਹੈ। ਸੋ ਅਸੀਂ ਕਹਾਂਗੇ ਕਿ ਨੰਬਰ 2 'ਤੇ ਕਿਸੇ ਪਦਾਰਥ ਵਿੱਚ ਮੌਜੂਦ ਤਾਪ ਊਰਜਾ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਉਸ ਦੇ ਅੰਦਰੂਨੀ ਸਟਰਕਚਰ ਦੇ। ਇਹ ਸਥਿਰ ਹੁੰਦਾ ਹੈ ਅਤੇ ਇਸ ਨੂੰ ਐਸ ਨਾਲ ਦਰਸਾਇਆ ਗਿਆ ਹੈ। ਨੰਬਰ 3 'ਤੇ ਹੈ ਤਾਪ ਦੇ ਬਾਹਰੀ ਸੋਮੇ ਦੇ ਸੰਪਰਕ ਵਿੱਚ ਆਉਣ ਦਾ ਸਮਾਂ। ਹਾਂਜੀ, ਇਸ ਦਾ ਮਤਲਬ ਇਹ ਹੈ ਕਿ ਆਪਾਂ ਕਿੰਨਾ ਸਮਾਂ ਉਸ ਪਦਾਰਥ ਨੂੰ ਜਿਹੜਾ ਸੋਰਸ ਆਫ ਹੀਟ ਹੈ, ਤਾਪ ਦਾ ਸੋਮਾ ਹੈ, ਉਸ ਦੇ ਸੰਪਰਕ ਵਿੱਚ ਲੈ ਕੇ ਆਉਂਦੇ ਹਾਂ। ਜਿਵੇਂ ਅਸੀਂ ਚੱਲਣ ਅਤੇ ਸੰਵਹਨ ਜੋ ਵਿਧੀ ਹੈ, ਅਤੇ ਇਸੇ ਤਰ੍ਹਾਂ ਰੇਡੀਏਸ਼ਨ ਦੇ ਵਿੱਚ ਆਪਾਂ ਕਿੰਨਾ ਸਮਾਂ ਕੋਈ ਇਨਸਾਨ ਜਾਂ ਕੋਈ ਵੀ ਵਸਤੂ ਹੈ ਜਿਹੜੀ ਉਹ ਡਾਇਰੈਕਟ ਬਾਹਰ ਸਨ ਦੀਆਂ ਰੇਜ਼ ਦੇ ਸਾਹਮਣੇ ਜਾਂ ਉਹਨਾਂ ਦੇ ਕਹਿ ਲਓ ਵੀ ਮਾਰ ਦੇ ਵਿੱਚ ਰੱਖੀ ਜਾਂਦੀ ਹੈ। ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਪਦਾਰਥ ਵਿੱਚ ਮੌਜੂਦ ਤਾਪ ਊਰਜਾ ਸਿੱਧੇ ਅਨੁਪਾਤ ਵਿੱਚ ਹੋਵੇਗੀ ਟੀ ਦੇ। ਟੀ ਇੱਥੇ ਸਮਾਂ ਹੈ ਕਿ ਤਾਪ ਦੇ ਸੋਮੇ ਦੇ ਵਿੱਚ ਸੰਪਰਕ ਆਉਣ ਦਾ ਕਿੰਨਾ ਸਮਾਂ ਲਿਆ ਗਿਆ ਹੈ। ਸੋ ਸਮੀਕਰਨ A, B ਅਤੇ C ਤੋਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਪਦਾਰਥ ਵਿੱਚ ਮੌਜੂਦ ਉਸ ਦੀ ਤਾਪ ਊਰਜਾ Q ਸਿੱਧੇ ਅਨੁਪਾਤ ਵਿੱਚ ਹੁੰਦੀ ਹੈ M ਗੁਣਾ S ਗੁਣਾ T ਦੇ। ਅਤੇ ਨੂਮੈਰੀਕਲ ਵੈਲਿਊਜ਼ ਦੇ ਵਿੱਚ ਅਸੀਂ ਇਸ ਨੂੰ ਲਿਖਾਂਗੇ Q ਇਜ਼ ਇਕੁਅਲ ਟੂ MST, ਯਾਨੀ ਕਿ ਕਿਸੇ ਪਦਾਰਥ ਦੀ ਜੇਕਰ ਅਸੀਂ ਤਾਪ ਊਰਜਾ ਪਤਾ ਕਰਨੀ ਹੈ ਤਾਂ ਸਾਡੇ ਕੋਲ ਨੂਮੈਰੀਕਲ ਵੈਲਿਊਜ਼ ਲਈ ਇੱਕ ਸੂਤਰ ਆ ਗਿਆ ਹੈ Q ਇਜ਼ ਇਕੁਅਲ ਟੂ M ਗੁਣਾ S ਗੁਣਾ T। ਧੰਨਵਾਦ ਜੀ।